ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾ ਬਲੀ ਕਰ ਭਲੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼੍ਰੀ ਹਜੂਰ ਨਾਭ ਕਮਰ ਰਾਜਾ ਸਾਹਿਬ ਜੀ ਦੇ ਜੀਵਨ ਪ੍ਰਸੰਗ ਦੇ ਨਾਲ ਸੰਬੰਧਿਤ ਅਗਲਾ ਐਪੀਸੋਡ ਲੈ ਕੇ ਆਪ ਜੀ ਦੇ ਸਨਮੁਖ ਹਾਜ਼ਰ ਹੋਏ ਹਾਂ। ਪਿਛਲੇ ਐਪੀਸੋਡ ਵਿੱਚ ਤੁਸੀਂ ਸਰਵਣ ਕੀਤਾ ਸੀ ਕਿ ਸੰਤ ਗੰਗਾਦਾਸ ਜੀ ਆਪਣੇ ਸੇਵਕਾਂ ਨੂੰ ਝਿੰਗੜਾ ਨਗਰ ਤੋਂ ਜਮਾਤ ਦੇ ਚਾਲੇ ਪਾਉਣ ਦਾ ਆਦੇਸ਼ ਦਿੰਦੇ ਨੇ ਤੇ ਜਮਾਤ ਝਿੰਗੜਾ ਨਗਰ ਤੋਂ ਚਾਲੇ ਪਾ ਦਿੰਦੀ ਹੈ। ਝਿੰਗੜਾ ਨਗਰ ਤੋਂ ਚਾਲੇ ਪਾ ਕੇ ਜਮਾਤ ਜਗਤਪੁਰ, ਸਰਾਲ ਕਾਜੀਆਂ, ਲਿੱਦੜ ਕਲਾਂ ਪਿੰਡਾਂ ਵਿੱਚੋਂ ਹੁੰਦੇ ਹੋਏ ਪਿੰਡ ਭਰੋ ਮਜਾਰੇ ਪਹੁੰਚਦੀ ਹੈ। ਭਰੋ ਮਜਾਰੇ ਪਿੰਡ ਦੇ ਵਿੱਚ ਵੀ ਸੰਤ ਗੰਗਾਦਾਸ ਜੀ ਦਾ ਇੱਕ ਬਹੁਤ ਸੁੰਦਰ ਡੇਰਾ ਸੀ। ਜਮਾਤ ਇਸ ਡੇਰੇ ਦੇ ਵਿੱਚ ਪੜਾ ਕਰਦੀ ਹੈ। ਸਾਧੂ ਸੰਤ ਇਸ ਇਲਾਕੇ ਦੇ ਵਿੱਚ ਵਿਚਰਦੇ ਹੋਏ ਸੰਗਤਾਂ ਦਾ ਕਲਿਆਣ ਕਰਦੇ ਨੇ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀ ਸੁਰਤੀ ਅਜੇ ਵੀ ਝਿੰਗੜਾ ਨਗਰ ਦੇ ਵਿੱਚ ਜੁੜੀ ਹੋਈ ਹੈ। 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਪਰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੂੰ ਬਾਬਾ ਜਵਾਰ ਸਿੰਘ ਜੀ ਦਾ ਕੀਤਾ ਹੋਇਆ ਨਿੱਘਾ ਸਵਾਗਤ ਅਜੇ ਵੀ ਭੁੱਲ ਨਹੀਂ ਰਿਹਾ। ਚਿੱਤ ਦੇ ਵਿੱਚ ਖਿਆਲ ਆਉਂਦੇ ਨੇ ਕਿ ਇੱਕ ਪਲ ਵਿੱਚ ਉੱਡ ਕੇ ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਦੇ ਕੋਲ ਪਹੁੰਚ ਜਾਵਾਂ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਾ ਮਨ ਵਿਰਾਗ ਦੇ ਨਾਲ ਭਰਿਆ ਹੋਇਆ ਹੈ। ਉਧਰ 40 ਦਿਨ ਦਾ ਸਮਾਂ ਹੋ ਗਿਆ। ਭਾਈ ਜਵਾਰ ਸਿੰਘ ਜੀ ਝਿੰਗੜਾ ਨਗਰ ਦੇ ਵਿੱਚ ਢਾਬ ਦੇ ਕਿਨਾਰੇ ਬਣੇ ਹੋਏ ਲਾਲਾ ਬਲੀ ਜੀ ਦੇ ਅਸਥਾਨ ਦੇ ਸਨਮੁਖ ਸਮਾਧੀ ਲਾ ਕੇ ਬੈਠੇ ਨੇ। ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਦੀ ਸੁਰਤੀ ਉਸ ਦੇਸ਼ ਦੇ ਨਜ਼ਾਰੇ ਤੱਕ ਰਹੀ ਹੈ। ਜਿਸ ਦੇਸ਼ ਦੇ ਨਜ਼ਾਰਿਆਂ ਨੂੰ ਤੱਕਣਾ ਤਾਂ ਬਹੁਤ ਦੂਰ ਦੀ ਗੱਲ ਹੈ, ਉਸ ਬਾਰੇ ਸੋਚਣਾ ਵੀ ਆਮ ਇਨਸਾਨ ਦੀ ਪਕੜ ਤੋਂ ਬਹੁਤ ਦੂਰ ਹੈ। ਜਿੱਥੇ ਅਕਾਲ ਪੁਰਖ ਦਾ ਵਾਸਾ ਹੈ, ਜਿੱਥੇ ਹਰ ਪਲ ਬੰਦਗੀ ਦੀ ਗੂੰਜ ਸੁਣਾਈ ਦਿੰਦੀ ਹੈ, ਇਸ ਦੇਸ਼ ਵਿੱਚ ਕਰੋੜਾਂ ਸੂਰਜਾਂ ਦਾ ਚਾਨਣ ਆਪਣੀਆਂ ਰਿਸ਼ਮਾਂ ਪਸਾਰ ਰਿਹਾ ਹੈ। ਇਹਨਾਂ ਸੁਨਹਿਰੀ ਰਿਸ਼ਮਾਂ ਦਾ ਝਲਕਾਰਾ ਤੱਕਣਾ ਆਮ ਇਨਸਾਨ ਦੀਆਂ ਅੱਖਾਂ ਦੇ ਵੱਸ ਦੀ ਗੱਲ ਨਹੀਂ। ਭਾਈ ਜਵਾਰ ਸਿੰਘ ਜੀ ਜਿਸ ਸੱਚਖੰਡ ਭਾਵ ਜਿਸ ਦੇਸ਼ ਦੇ ਸੁੰਦਰ ਨਜ਼ਾਰਿਆਂ ਨੂੰ ਵੇਖ ਰਹੇ ਨੇ, ਉਸ ਦੇਸ਼ ਦੀ ਇੱਕ ਝਲਕ ਪਾਉਂਦਿਆਂ ਹੀ ਇਸ ਸੰਸਾਰ ਦੇ ਸਾਰੇ ਵਿਕਾਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਸੰਸਾਰ ਦੇ ਸਾਰੇ ਸੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜਿਸ ਇਨਸਾਨ ਨੂੰ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਇੱਕ ਵਾਰ ਉਸ ਦੇਸ਼ ਦੀ ਝਲਕ ਪੈ ਜਾਵੇ, ਉਹ ਇਸ ਸੰਸਾਰ ਦੇ ਸਾਰੇ ਹੀ ਸੁੱਖ, ਸਾਰੇ ਹੀ ਸੁੰਦਰ ਨਜ਼ਾਰਿਆਂ ਨੂੰ ਭੁੱਲ ਕੇ ਕੇਵਲ ਉਸ ਦੇਸ਼ ਦੇ ਨਾਲ ਜੁੜਨਾ ਚਾਹੁੰਦਾ ਹੈ। ਬੰਦਗੀ ਦੇ ਵਿੱਚ ਸੁਰਤ ਜੋੜੀ ਬੈਠੇ ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਨੂੰ ਇੱਕ ਆਕਾਸ਼ਵਾਣੀ ਹੁੰਦੀ ਹੈ। ਆਕਾਸ਼ਵਾਣੀ ਦੇ ਬੋਲ ਸਨ ਕਿ ਇਹ ਪਿਆਰੇ ਭਗਤ, ਸਾਡੇ ਜੋ ਭੰਡਾਰੇ ਤੇਰੇ ਕੋਲ ਮੌਜੂਦ ਨੇ, ਉਹਨਾਂ ਦਾ ਵਾਰਸ ਤੇਰੇ ਕੋਲ ਬਹੁਤ ਜਲਦ ਆ ਰਿਹਾ ਹੈ। ਇਸ ਵਾਰਸ ਨੇ ਸੰਸਾਰ ਦਾ ਕਲਿਆਣ ਕਰਨਾ ਹੈ, ਜੀਵਾਂ ਦਾ ਉਧਾਰ ਕਰਨਾ ਹੈ, ਕਲਯੁਗ ਵਿੱਚ ਬਿਲਕ ਰਹੀ ਲੋਕਾਈ ਦਾ ਭਲਾ ਕਰਨਾ ਹੈ। ਇਹਨਾਂ ਸਾਰੇ ਭੰਡਾਰਿਆਂ ਦੀ ਮਲਕੀਅਤ ਇਸ ਵਾਰਸ ਦੇ ਹੱਥ ਸੰਭਾਲ ਦਿਓ। ਭਾਈ ਜਵਾਰ ਸਿੰਘ ਜੀ ਨੇ ਇੱਕ ਪਲ ਵਿੱਚ ਰੱਬੀ ਇਲਾਹੀ ਹੁਕਮ ਦੀ ਰਮਜ਼ ਨੂੰ ਸਿਆਣ ਲਿਆ। ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਨੂੰ ਇਲਮ ਹੋ ਗਿਆ ਕਿ ਆਕਾਸ਼ਵਾਣੀ ਵਿੱਚ ਜਿਸ ਵਾਰਸ ਦੇ ਆਉਣ ਦੀ ਗੱਲ ਕੀਤੀ ਗਈ ਹੈ, ਉਹ ਕੋਈ ਹੋਰ ਨਹੀਂ, ਉਹ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਆਪ ਨੇ। ਉਧਰ ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਪ੍ਰਤੀ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਮਨ ਵਿੱਚ ਪੈਦਾ ਹੋਇਆ ਵਿਰਾਗ ਪ੍ਰਚੰਡ ਰੂਪ ਤੈਅ ਕਰ ਗਿਆ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਵਿਛਾਉਣਾ ਵਿਸ਼ਿਆ ਛੱਡ ਕੇ ਐਸੇ ਭੱਜੇ ਜਿਵੇਂ ਭੌਰਾ ਫੁੱਲਾਂ ਨੂੰ ਦੇਖ ਕੇ ਭੱਜ ਤੁਰਦਾ ਹੈ, ਜਿਵੇਂ ਸ਼ਮਾ ਨੂੰ ਦੇਖ ਕੇ ਪਰਵਾਨਾ ਭੱਜ ਤੁਰਦਾ ਹੈ। ਇਸ ਤਰੀਕੇ ਦੇ ਨਾਲ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਆਪਣਾ ਵਿਛਾਉਣਾ ਵਿਸ਼ਿਆ ਛੱਡ ਕੇ ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਨੂੰ ਮਿਲਣ ਵਾਸਤੇ ਝਿੰਗੜਾਂ ਵੱਲ ਨੂੰ ਚਾਲੇ ਪਾ ਤੁਰਦੇ ਨੇ। ਪ੍ਰੇਮ ਦੀ ਖਿੱਚ ਐਸੀ ਪਈ ਕਿ ਕੋਈ ਸੁੱਧ ਬੁੱਧ ਨਾ ਰਹੀ। ਨਾਮ ਬਾਣੀ ਦੇ ਨਸ਼ੇ ਵਿੱਚ ਝੂਮਦੇ ਹੋਏ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਤਾਰਿਆਂ ਦੀ ਛਾਵੇਂ ਭਾਈ ਜਵਾਰ ਸਿੰਘ ਝਿੰਗੜਾਂ ਵਾਲਿਆਂ ਨੂੰ ਮਿਲਣ ਵਾਸਤੇ ਭੱਜੇ ਤੁਰੇ ਜਾ ਰਹੇ ਨੇ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਹਿਰਦੇ ਵਿੱਚ ਜੋ ਪ੍ਰੇਮ ਦਾ ਧੂਣਾ 40 ਦਿਨਾਂ ਤੋਂ ਤੁਖਦਾ ਸੀ, ਅੱਜ ਪਿਆਰੇ ਪ੍ਰੀਤਮ ਨੇ ਦੂਰ ਬੈਠਿਆਂ ਹੀ ਉਸ ਧੂਣੀ ਨੂੰ ਭਾਂਬੜ ਦੇ ਰੂਪ ਵਿੱਚ ਬਦਲ ਦਿੱਤਾ ਸੀ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਹੁਣ ਇੱਕ ਪਲ ਦਾ ਵਿਛੋੜਾ ਸਹਾਰ ਨਹੀਂ ਸੀ ਸਕਦੇ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਬੜੀ ਤੇਜ਼ੀ ਦੇ ਨਾਲ ਝਿੰਗੜਾਂ ਵੱਲ ਵੱਧਦੇ ਤੁਰੇ ਜਾ ਰਹੇ ਨੇ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਝਿੰਗੜਾ ਨਗਰ ਦੇ ਵਿੱਚ ਪਹੁੰਚ ਕੇ ਲਾਲਾ ਬਲੀ ਜੀ ਦੇ ਅਸਥਾਨ 'ਤੇ ਹਾਜ਼ਰ ਹੋ ਕੇ ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਨੂੰ ਨਮਸਕਾਰ ਕਰਦੇ ਨੇ। ਭਾਈ ਜਵਾਰ ਸਿੰਘ ਜੀ ਵੀ ਪ੍ਰਸੰਨ ਹੋ ਕੇ ਆਖਦੇ ਨੇ ਕਿ ਆਓ ਪਿਆਰੇ, ਤੁਹਾਡੀ ਹੀ ਉਡੀਕ ਹੋ ਰਹੀ ਸੀ। ਤੁਹਾਡੇ ਵਾਸਤੇ ਇਲਾਹੀ ਦਰਗਾਹ ਦੇ ਵਿੱਚੋਂ ਇੱਕ ਹੁਕਮਨਾਮਾ ਆਇਆ ਹੈ।
ਆਓ ਤੁਹਾਨੂੰ ਵੀ ਉਹ ਹੁਕਮ ਸਰਵਣ ਕਰਾ ਦਈਏ। ਭਾਈ ਜਵਾਰ ਸਿੰਘ ਜੀ ਨੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੂੰ ਇਲਾਹੀ ਹੁਕਮ ਸਰਵਣ ਕਰਾ ਦਿੱਤਾ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਇਲਾਹੀ ਹੁਕਮ ਸੁਣ ਕੇ ਭਾਈ ਜਵਾਰ ਸਿੰਘ ਜੀ ਨੂੰ ਗੁਰੂ ਰੂਪ ਜਾਣ ਕੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੂੰ ਥਾਪੀ ਦੇ ਕੇ ਭਾਈ ਜਵਾਰ ਸਿੰਘ ਜੀ ਨੇ ਕੰਠ ਦੇ ਨਾਲ ਲਾ ਲਿਆ। ਇਸ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ 6 ਮਹੀਨੇ ਦੀ ਘੋਰ ਤਪੱਸਿਆ ਲਾਲਾ ਬਲੀ ਜੀ ਦੇ ਅਸਥਾਨ ਤੇ ਕੀਤੀ। ਗਰਮੀਆਂ ਲੰਘੀਆਂ, ਬਰਸਾਤਾਂ ਦਾ ਮੌਸਮ ਸ਼ੁਰੂ ਹੋਇਆ। ਚਾਰੇ ਪਾਸੇ ਫਸਲਾਂ ਸਾਂ ਕਰ ਰਹੀਆਂ ਸਨ। ਚਾਰੇ ਪਾਸੇ ਚੁੱਪ ਦਾ ਪਸਾਰਾ ਸੀ। ਟਿਕੀ ਹੋਈ ਰਾਤ ਦੇ ਵਿੱਚ ਇੱਕ ਪਤਲੇ ਸਰੀਰ ਦਾ ਸਾਧੂ ਉੱਚੇ ਟਿੱਬੇ ਤੇ ਬੈਠਾ ਬੰਦਗੀ ਕਰ ਰਿਹਾ ਹੈ ਤੇ ਉਸ ਪਰਮਾਤਮਾ ਦੇ ਨਾਲ ਸੁਰਤੀ ਜੋੜੀ ਬੈਠਾ ਹੈ। ਮੀਂਹ ਵੀ ਉੱਪਰ ਹੀ ਵਰਦੇ ਰਹੇ, ਪਰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਆਪਣੇ ਚੌਂਕੜੇ ਤੋਂ ਉੱਠੇ ਨਹੀਂ। ਆਪਣੇ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਜਾਣਿਆ ਤੇ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ 6 ਮਹੀਨੇ ਘੋਰ ਤਪੱਸਿਆ ਕੀਤੀ। ਉਸ ਪਰਮਾਤਮਾ ਦੇ ਚਰਨਾਂ ਨਾਲ ਸੁਰਤੀ ਜੋੜ ਕੇ ਵਿਖਾ ਦਿੱਤੀ। ਉਧਰ ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਨੂੰ ਇੱਕ ਦਿਨ ਇਲਹਾਮ ਹੋਇਆ ਕਿ ਸਮਾਂ ਆ ਗਿਆ। ਰੱਬੀ ਰਾਜਧਾਨੀ ਵਿੱਚੋਂ ਜਿਸ ਅਮਾਨਤ ਨੂੰ ਉਸ ਦੇ ਵਾਰਸ ਨੂੰ ਸੌਂਪਣ ਦਾ ਹੁਕਮ ਹੋਇਆ ਸੀ, ਉਹ ਸਮਾਂ ਆ ਚੁੱਕਿਆ ਹੈ। ਵਾਰਸ ਤਿਆਰ ਹੋ ਚੁੱਕਿਆ ਹੈ। ਹੁਣ ਸਮਾਂ ਨਹੀਂ ਕਿ ਦੇਰ ਕੀਤੀ ਜਾਵੇ। ਜਲਦੀ ਤੋਂ ਜਲਦੀ ਉਸ ਰੱਬੀ ਰਾਜਧਾਨੀ ਦੀ ਅਮਾਨਤ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੂੰ ਸੌਂਪ ਦਿੱਤੀ ਜਾਵੇ। ਉਸ ਅਨਮੋਲਕ ਤੇ ਬੇਸ਼ਕੀਮਤੀ ਖਜ਼ਾਨੇ ਦੀਆਂ ਚਾਬੀਆਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੂੰ ਸੌਂਪਦੇ ਹੋਏ ਭਾਈ ਜਵਾਰ ਸਿੰਘ ਜੀ ਨੇ ਉਪਦੇਸ਼ ਦਿੱਤਾ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਧਰਮ ਦੀ ਕਿਰਤ ਕਰਨੀ ਹੈ, ਧਰਮ ਨੂੰ ਸੁਰਜੀਤ ਕਰਨਾ ਹੈ, ਸੱਚ ਦਾ ਪਸਾਰਾ ਕਰਨਾ ਹੈ, ਨਾਮ ਜਪਣਾ ਹੈ ਤੇ ਨਾਮ ਜਪਾਉਣਾ ਹੈ। ਕਲਯੁਗ ਦੇ ਸਮੇਂ ਵਿੱਚ ਭੁੱਲੀ ਭਟਕੀ ਲੁਕਾਈ ਨੂੰ ਪਰਮਾਤਮਾ ਦੀ ਬੰਦਗੀ ਦੇ ਰਾਹ ਤੇ ਤੋਰਨਾ ਹੈ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੂੰ ਭਾਈ ਜਵਾਰ ਸਿੰਘ ਜੀ ਆਖਦੇ ਨੇ ਕਿ ਸੰਸਾਰ ਦਾ ਭਲਾ ਕਰਦੇ ਹੋਏ ਪਸ਼ੂ ਪੰਛੀਆਂ ਨਰ ਇਸਤਰੀ ਦੇ ਵਿੱਚ ਫਰਕ ਨਹੀਂ ਕਰਨਾ, ਸਭ ਦਾ ਉਧਾਰ ਕਰਨਾ ਹੈ, ਸਭ ਦਾ ਭਲਾ ਕਰਨਾ ਹੈ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਸੱਤ ਕਰਕੇ ਭਾਈ ਜਵਾਰ ਸਿੰਘ ਜੀ ਦਾ ਆਦੇਸ਼ ਮੰਨਦੇ ਨੇ। ਭਾਈ ਜਵਾਰ ਸਿੰਘ ਜੀ ਆਖਦੇ ਨੇ ਕਿ ਲਓ ਮੈਂ ਸੁਰਖਰੂ ਹੋ ਗਿਆ ਹਾਂ। ਅਮਾਨਤ ਵਾਲੇ ਨੇ ਅਮਾਨਤ ਸੰਭਾਲ ਲਈ ਹੈ। ਵੱਡੀ ਰਾਜਧਾਨੀ ਵਿੱਚੋਂ ਹੋਏ ਹੁਕਮ ਨੂੰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਬੜੀ ਨਿਮਰਤਾ ਦੇ ਨਾਲ ਆਪਣੀ ਝੋਲੀ ਦੇ ਵਿੱਚ ਪਵਾ ਲਿਆ ਹੈ। ਹੁਣ ਮੈਂ ਸੁਰਖਰੂ ਹੋ ਚੁੱਕਾ ਹਾਂ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਨੂੰ ਨਮਸਕਾਰ ਕੀਤੀ ਤੇ ਇਸ ਸੰਸਾਰ ਦੇ ਵਿੱਚ ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲੇ ਵੱਲੋਂ ਦਿੱਤੇ ਹੋਏ ਉਪਦੇਸ਼ ਨੂੰ ਸੁਰਜੀਤ ਕਰਨ ਦਾ ਪ੍ਰਣ ਕੀਤਾ। ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਤੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਰਮਿਆਨ ਵਾਪਰੇ ਇਸ ਇਲਾਹੀ ਵਰਤਾਰੇ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਆਪਣਾ ਟਿਕਾਣਾ ਲਾਲਾ ਬਲੀ ਜੀ ਦੇ ਅਸਥਾਨ ਤੇ ਹੀ ਕੀਤਾ। ਢਾਬ ਦੇ ਕਿਨਾਰੇ ਬੈਠ ਕੇ ਸੰਸਾਰ ਦੇ ਕਲਿਆਣ ਵਾਸਤੇ, ਮਨੁੱਖਤਾ ਦੀ ਭਲਾਈ ਵਾਸਤੇ ਭਗਵਾਨ ਬਿਲਾਸ ਨਾਮੀ ਗ੍ਰੰਥ ਦੀ ਰਚਨਾ ਕੀਤੀ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਮੌਜ ਦੇ ਵਿੱਚ ਆ ਕੇ ਕਦੇ-ਕਦੇ ਲਾਲਾ ਬਲੀ ਜੀ ਦੀ ਸਮਾਧ ਤੋਂ ਬਾਹਰ ਆਉਂਦੇ, ਆਸੇ-ਪਾਸੇ ਘੁੰਮਦੇ, ਕੁਦਰਤ ਨੂੰ ਨਿਹਾਰਦੇ, ਉਸ ਕਾਦਰ ਦੇ ਦਰਸ਼ਨ ਕਰਦੇ, ਪਰਮਾਤਮਾ ਦੇ ਨਾਲ ਸੁਰਤੀ ਜੋੜਦੇ ਤੇ ਮੌਜ ਵਿੱਚ ਆ ਕੇ ਕਦੇ ਕਬਿੱਤ ਉਚਾਰਦੇ, ਕਦੇ ਸਵਈਏ ਉਚਾਰਦੇ, ਕਦੇ ਰਹਿਕਲੇ ਉਚਾਰਦੇ, ਕਦੇ ਸਿਹਰਫੀਆਂ ਉਚਾਰਦੇ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਨਗਰ ਝਿੰਗੜਾਂ ਦੇ ਵਿੱਚ ਢਾਬ ਦੇ ਕਿਨਾਰੇ ਬੈਠ ਕੇ ਜਿਸ ਭਗਵਾਨ ਬਿਲਾਸ ਗ੍ਰੰਥ ਦੀ ਰਚਨਾ ਕੀਤੀ, ਅੱਜ ਵੀ ਉਹ ਭਗਵਾਨ ਬਿਲਾਸ ਦਾ ਪਵਿੱਤਰ ਗ੍ਰੰਥ ਇਸ ਮਨੁੱਖਤਾ ਨੂੰ ਸੇਧ ਦੇ ਰਿਹਾ ਹੈ। ਅੱਜ ਵੀ ਸੰਸਾਰ ਦੇ ਵਿਕਾਰਾਂ ਦੇ ਬੋਝ ਥੱਲੇ ਦੱਬਿਆ ਹੋਇਆ ਕੋਈ ਇਨਸਾਨ ਜਦੋਂ ਤਰਾ ਕਰ ਉੱਠਦਾ ਹੈ, ਉਹ ਇੱਕ ਵਾਰ ਭਗਵਾਨ ਬਿਲਾਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰੇ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਵੱਲੋਂ ਜ਼ਿੰਦਗੀ ਜਿਉਣ ਦੀ ਜਾਂਚ ਉਹਦੇ ਵਿੱਚ ਦੱਸੀ ਗਈ ਹੈ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀ ਇਸ ਬਖਸ਼ਿਸ਼ ਸਦਕਾ ਹਜ਼ਾਰਾਂ ਜੀਵ ਅੱਜ ਵੀ ਇਸ ਤੋਂ ਲਾਹਾ ਲੈ ਰਹੇ ਨੇ।